ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਮ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ ਕਿਆ ਬੱਗ ਬਪੜਾ ਛਪੜੀ ਨਹਾਏ ਕੀਚੜ ਡੂਬੈ ਮੈਲ ਨ ਜਾਏ ਰਹਾਉ ਰਖ ਰਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮਹਿ ਸਾਗਰ ਅਕਤ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਬੈਸੇ ਨਾਰ ਨ ਪੁਰਖ ਕਹੋ ਕਉ ਕੈਸੇ ਤ੍ਰਿਭਵਨ ਜੋਤ ਰਹੇ ਲਿਵ ਲਾਈ ਸੁਰ ਨਰ ਨਾਥ ਸੱਚੇ ਸ਼ਰਣਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੇ ਭਗਤ ਵਛਲ ਭੈ ਕਾਟਣ ਹਾਰੇ
ਹਉਮੈ ਮਾਰ ਮਿਲੇ ਪਗ ਧਾਰੇ। ਅਣਕ ਜਤਨ ਕਰ ਕਾਲ ਸੰਤਾਏ। ਮਰਨ ਲਿਖਾਏ ਮੰਡਲ ਮਹਿ ਆਏ। ਜਨਮ ਪਦਾਰਥ ਦੁਬਦਾ ਖੋਵੈ। ਆਪ ਨ ਚੀਨਸ ਭ੍ਰਮ ਭ੍ਰਮ ਰੁਵੈ। ਕਹਿ ਤੋ ਪੜ੍ਹ ਤੋ ਸੁਣ ਤੋ ਏਕ। ਧੀਰਜ ਧਰਮ ਧਰਣੀ ਧਰ ਟੇਕ। ਜਤ ਸਤ ਸੰਜਮ ਹਿਰਦੈ ਸਮਾਏ। ਚੌਥੇ ਪਦ ਕਉ ਜੇ ਮਨ ਪਤਿਆਏ। ਸਾਚੇ ਨਿਰਮਲ ਮਹਿਲ ਨ ਲਾਗੈ। ਗੁਰ ਕੈ ਸ਼ਬਦ ਪਰਮ ਭਉ ਭਾਗੈ। ਸੂਰਤ ਮੂਰਤ ਆਦਿ ਅਨੂਪ। ਨਾਨਕ ਜਾਚੈ ਸਹਜ ਸਰੂਪ। ਸੂਰਤ ਮੂਰਤ ਆਦਿ ਅਨੂਪ। ਨਾਨਕ ਜਾਚੈ ਸਹਜ ਸਰੂਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਗੁਰੂ ਸਵਾਰੇ ਤੋਂ ਆਪ ਜੀ ਸਰਵਣ ਕਰ ਰਹੇ ਸੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੇ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤਨਾਸਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 685 ਅਤੇ 686 ਦੇ ਉੱਤੇ ਸਬਾਇਮਾਨ ਨੇ। ਰਾਗ ਤਨਾਸਰੀ ਹੈ। ਘਰ ਦੂਜੇ ਦੇ ਵਿੱਚ ਪਾਵਨ ਸ਼ਬਦ ਨੂੰ ਗਾਉਣ ਦੀ ਹਦਾਇਤ ਕੀਤੀ ਗਈ ਹੈ ਔਰ ਇਹ ਸ਼ਬਦ 8 ਪਦਿਆਂ ਵਾਲਾ ਹੈ, ਅਸ਼ਟਪਦੀਆਂ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾਚਰਨ ਹੈ ਕਿ ਜਿਹੜਾ ਪਰਮੇਸ਼ਰ ਇੱਕ ਹੈ, ਜਿਹੜਾ ਸਰਬ ਵਿਆਪੀ ਹੈ ਔਰ ਜਿੰਦੇ ਵਰਗਾ ਦੂਸਰਾ ਹੋਰ ਕੋਈ ਨਹੀਂ, ਅਦੁੱਤੀ ਹੈ। ਉਹ ਪਰਮੇਸ਼ਰ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਤਿਗੁਰੂ ਜੀ ਨੇ ਅੱਜ ਦੇ ਇਸ ਹੁਕਮ ਰਾਹੀਂ ਸਾਨੂੰ ਜੋ ਉਪਦੇਸ਼ ਦਿੱਤਾ ਹੈ, ਇਹ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ 3 ਸ਼ਬਦ ਜਿਹੜੇ ਨੇ ਉਹ ਬਾਰ-ਬਾਰ ਵਰਤੇ ਨੇ। ਇੱਕ ਸਾਗਰ, ਇੱਕ ਸਰੋਵਰ ਤੇ ਇੱਕ ਛੱਪੜੀ। ਹੁਣ ਦੇਖੋ, ਸਾਗਰ ਦੇ ਵਿੱਚ ਵੀ ਪਾਣੀ ਹੈ, ਸਰੋਵਰ ਵਿੱਚ ਵੀ ਪਾਣੀ ਹੈ, ਪਾਣੀ ਛੱਪੜੀ ਵਿੱਚ ਵੀ ਹੈ ਤਿੰਨਾਂ ਦੇ ਵਿੱਚ ਪਾਣੀ, ਪਰ ਫਰਕ ਬੜਾ ਹੈ।
ਹੁਣ ਸਰੋਵਰ ਦੇ ਪਾਣੀ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਬੜਾ। ਉਹ ਪਾਣੀ ਗੱਲ ਵੱਖਰੀ ਕਿ ਖਾਰਾ ਬਹੁਤ ਹੈ, ਸਿੱਧਾ ਪੀਤਾ ਨਹੀਂ ਜਾ ਸਕਦਾ। ਉਹਦੇ ਕੋਈ ਯਤਨ ਹੋਰ ਕਰਨੇ ਪੈਣਗੇ ਜੇ ਛਕਣਾ ਹੈ। ਸਰੋਵਰ ਦਾ ਪਾਣੀ ਹੈ ਸਾਫ਼, ਪਰ ਉਹ ਕੁਝ ਏਰੀਏ ਦੇ ਵਿੱਚ ਹੈ, ਉਹਦੀ ਕੋਈ ਆਪਣੀ ਸੀਮਾ ਹੈ। ਪਾਣੀ ਛੱਪੜ ਵਿੱਚ ਵੀ ਹੈ, ਪਰ ਛੱਪੜ ਦਾ ਪਾਣੀ ਆਪ ਜੀ ਜਾਣਦੇ ਹੋ ਕਿ ਹੁੰਦਾ ਗੰਦਾ ਹੀ ਹੈ। ਉਹਦੇ 'ਚ ਬਹੁਤ ਸਾਰਾ ਚਿੱਕੜ, ਬਹੁਤ ਸਾਰੀ ਗੰਦਗੀ ਹੈ। ਹੁਣ ਇੱਥੇ ਗੁਰੂ ਸਾਹਿਬ ਨੇ ਜਿਹੜੀ ਕਿਰਪਾ ਕੀਤੀ, ਅਸਲ ਵਿੱਚ ਸਾਗਰ ਕਿਹੜਾ ਹੈ, ਸਰੋਵਰ ਕਿਹੜਾ ਹੈ ਤੇ ਛੱਪੜੀ ਕਿਹੜੀ ਹੈ। ਕਿਉਂਕਿ ਗੁਰਮਤਿ ਵਿੱਚ ਸਾਨੂੰ ਇਹ ਰਾਹ ਜਦੋਂ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਗਿਆਨ ਦਾ ਸਾਗਰ ਕਿਹਾ ਗਿਆ। ਗੁਰੂ ਸਾਗਰ ਹੈ, ਔਰ ਸਰੋਵਰ ਜਿਹੜਾ ਉਹ ਗੁਰੂ ਕੇ ਸਿੱਖ ਨੇ, ਜਿਹੜੇ ਇਹ ਸਰੋਵਰ ਦੇ ਰਾਹੀਂ ਕਹਿ ਦਈਏ ਕਿ ਗੁਰੂ ਦੇ ਲੜ ਲੱਗਦੇ ਨੇ। ਔਰ ਤੀਸਰੀ ਤਰ੍ਹਾਂ ਦਾ ਉਹ ਹੈ ਛੱਪੜੀ। ਤੇ ਛੱਪੜੀ ਇੱਥੇ ਕਿਹੜੀ ਹੈ? ਵਿਕਾਰਨ ਦੀ ਛੱਪੜੀ ਕਿਹੜੀ ਹੈ ਕਿ ਜਿਹੜਾ ਭਰਮ ਭੁਲੇਖਾ ਪੈਂਦਾ ਗੁਰਮਤਿ ਦੇ ਨਾਂ 'ਤੇ ਕਿ ਸ਼ਾਇਦ ਇਹ ਬਾਬਾ ਜੀ, ਕਿ ਸ਼ਾਇਦ ਇਹ ਸੰਤ ਜੀ, ਕਿ ਸ਼ਾਇਦ ਇਹਨਾਂ ਵਰਗਾ ਦੂਸਰਾ ਕੋਈ ਨਹੀਂ। ਅਸਲ ਵਿੱਚ ਇਹ ਸਾਰੀਆਂ ਛੱਪੜੀਆਂ ਨੇ ਜਦੋਂ ਭੁਲੇਖਾ ਪਾ ਕੇ ਆਪਣੇ ਪਿੱਛੇ ਲਾਉਣ ਜਾ ਅਸੀਂ ਉਹਨਾਂ ਦੇ ਪਿੱਛੇ ਲੱਗ ਜਾਈਏ। ਔਰ ਛੱਪੜੀ ਦੇ ਵਿੱਚ ਨਹਾਉਣ ਨੂੰ ਨਹਾਉਣਾ ਨਹੀਂ ਕਹਿੰਦੇ, ਉਹਨੂੰ ਡੁੱਬਣਾ ਹੀ ਕਹਿੰਦੇ ਨੇ। ਔਰ ਛੱਪੜੀ ਵਿੱਚ ਡੁੱਬਣਾ ਹੀ ਹੈ, ਜਿੰਦੇ 'ਚ ਪੈ ਕੇ ਮੈਲ ਤੇ ਦੂਰ ਨਹੀਂ ਹੁੰਦੀ, ਸਗੋਂ ਚਿੱਕੜ ਲੱਗਦਾ ਹੈ। ਔਰ ਸਤਿਗੁਰੂ ਜੀ ਨੇ ਅੱਜ ਰਹਾਉ ਦੀਆਂ ਪੰਕਤੀਆਂ ਵਿੱਚ ਇਹ ਪਾਵਨ ਬਚਨ ਕਹੇ ਨੇ। ਰਹਾਉ ਦੀਆਂ ਪੰਕਤੀਆਂ ਸ਼ਬਦ ਦਾ ਕੇਂਦਰੀ ਭਾਵ ਹੈ। ਕਹਿੰਦੇ ਕਿਆ ਬੱਗ ਬੱਪੜਾ ਛੱਪੜੀ ਨਹਾਏ। ਬੱਗ ਦਾ ਅਰਥ ਬਗਲਾ ਤੇ ਬੱਪੜਾ ਦਾ ਅਰਥ ਆਪ ਜੀ ਆਮਦੋ ਵਿਚਾਰਾ। ਹੁਣ ਇੱਥੇ ਅਸਲ ਵਿੱਚ ਬਗਲੇ ਨੂੰ ਵਿਚਾਰਾ ਨਹੀਂ ਕਿਹਾ, ਕਿਉਂਕਿ ਸਤਿਗੁਰੂ ਜੀ ਨੇ ਸਮਝਾਇਆ ਤੇ ਸਾਨੂੰ ਹੈ। ਨਾਲ ਵਿਚਾਰਾ ਸ਼ਬਦ ਵਰਤਿਆ ਕਿ ਬਗਲੇ ਦੀ ਤਰ੍ਹਾਂ ਉਹ ਬੰਦਾ, ਉਹ ਮਨੁੱਖ ਵਿਚਾਰਾ ਜਿਹਨੂੰ ਸਮਝ ਕੋਈ ਨਹੀਂ ਕਿ ਕਿੱਥੇ ਨਹਾਉਣਾ ਤੇ ਕਿੱਥੇ ਨਹੀਂ ਨਹਾਉਣਾ। ਕਿਆ ਬੱਗ ਬੱਪੜਾ ਛੱਪੜੀ ਨਹਾਏ, ਉਸ ਵਿਚਾਰੇ ਬਗਲੇ ਦੀ ਤਰ੍ਹਾਂ ਕੀ ਛੱਪੜੀ 'ਚ ਨਹਾਏਗਾ ਵੀ। ਹੁਣ ਬਗਲੇ ਨੂੰ ਵਿਚਾਰਾ ਕਿਹਾ ਹੈ, ਇੱਕ ਵੇਖਣ ਨੂੰ ਲੱਗਦਾ ਭੋਲਾ ਭਾਲਾ। ਔਰ ਬਗਲਾ ਜਦੋਂ ਕਿਤੇ ਬਹਿੰਦਾ ਹੈ ਕਿਸੇ ਛੱਪੜ ਦੇ ਕੰਢੇ ਤੇ, ਕਦੇ ਆਪ ਜੀ ਨੇ ਗੌਰ ਵੀ ਕੀਤੀ ਹੋਏ, ਦੇਖਿਆ ਹੋਣਾ ਹੈ ਕਿ ਇਸ ਤਰ੍ਹਾਂ ਲੱਗਦਾ ਜਿਵੇਂ ਅੱਖਾਂ ਬੰਦ ਨੇ। ਔਰ ਇੰਨਾ ਟਿਕ ਕੇ ਬਹਿੰਦਾ, ਬਿਲਕੁਲ ਹਿੱਲਦਾ ਨਹੀਂ। ਕਈ ਵਾਰੀ ਇੱਕ ਇੱਕ ਲੱਤ ਵੀ ਕਿੰਨਾ ਕਿੰਨਾ ਸਮਾਂ ਖਲੋਤਾ ਰਹਿੰਦਾ ਹੈ। ਹੁਣ ਅਸਲ ਵਿੱਚ ਸਤਿਗੁਰੂ ਜੀ ਨੇ ਉੱਥੇ ਉਹ ਬਗਲਿਆਂ ਵਾਲੀ ਬਿਰਤੀ ਜਿਹੜੀ ਹੈ, ਜਿਹਨੂੰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ ਨੇ, ਔਰ ਜਿਹਨੂੰ ਬਾਬਾ ਕਬੀਰ ਜੀ ਨੇ ਵੀ ਬਚਨ ਕਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੋ ਬਕ ਧਿਆਨ ਲਗਾਇਓ। ਬਕ ਧਿਆਨ ਲਗਾਇਓ ਵੀ ਅੱਖਾਂ ਬੰਦ ਕਰ ਲੀਆਂ ਤੇ ਕੀ ਹੋ ਗਿਆ? ਅੱਖਾਂ ਤੇ ਬੰਦ ਬਗਲਾ ਵੀ ਕਰਦਾ ਹੈ, ਪਰ ਗੱਲ ਤੇ ਧਿਆਨ ਦੀ ਹੈ। ਧਿਆਨ ਜੇ ਬਗਲੇ ਵਾਲਾ ਹੈ, ਸਮਾਧੀ ਲਾ ਕੇ ਬੈਠਾ ਹੈ, ਧਿਆਨ ਬਗਲੇ ਵਾਲਾ ਹੈ, ਅੰਤਰ ਚੱਲਦਾ ਪਿਆ ਹੈ ਕੋਈ ਨਾ ਕੋਈ ਵਿਕਾਰ, ਅੰਦਰ ਚੱਲਦੇ ਪਈ ਕੋਈ ਨਾ ਕੋਈ ਕਾਮਨਾ। ਦੇਖੋ ਬੈਠਾ ਬੰਦਗੀ ਕਰਦਾ ਹੈ, ਅੱਖਾਂ ਬੰਦ ਨੇ, ਗੁਰੂ ਗੁਰੂ ਜਪ ਰਿਹਾ ਹੈ, ਪਰ ਅੰਦਰ ਚੱਲਦਾ ਪਿਆ ਕਿ ਅੱਜ ਵੱਡੀ ਕਾਰ ਮਿਲ ਜੇ, ਅੱਜ ਕਾਰੋਬਾਰ ਵਿੱਚ ਏਡਾ ਵਾਧਾ ਹੋ ਜੇ। ਅਸਲ ਵਿੱਚ ਹੈ ਇਹ ਵਿਕਾਰ ਹੈ। ਅੱਖਾਂ ਬੰਦ ਕਰਕੇ ਬੈਠਾ, ਅੰਦਰ ਵਿਕਾਰ ਚੱਲਦੇ ਨੇ ਕਿ ਫਲਾਣੇ ਦਾ ਕੰਮ ਇੰਨਾ ਚੜ੍ਹ ਗਿਆ, ਉਹ ਤੇ ਘਟ ਜਾਣਾ ਚਾਹੀਦਾ ਹੈ। ਕਿਸੇ ਦਾ ਬੁਰਾ ਵੀ ਸੋਚ ਰਿਹਾ ਹੈ, ਆਪਣੇ ਵਾਧੇ ਦੀ ਵੀ ਸੋਚ ਰਿਹਾ ਹੈ। ਔਰ ਫਿਰ ਗੁਰੂ ਘਰ ਦੇ ਵਿੱਚ ਆ ਕੇ ਸਭ ਤੋਂ ਅੱਗੇ ਅੱਖਾਂ ਬੰਦ ਕਰਕੇ ਬੈਠ ਕੇ ਇਹ ਵਿਖਾਉਣਾ ਕਿ ਮੈਂ ਭਗਤ, ਮੈਂ ਗੁਰਸਿੱਖ। ਤੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਅੱਖਾਂ ਬੰਦ ਬਗਲਾ ਵੀ ਕਰਦਾ, ਪਰ ਅੱਖਾਂ ਬੰਦ ਕਰਨ ਨਾਲ ਹੋਏਗਾ ਕੀ? ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੋ ਬਕ ਧਿਆਨ ਲਗਾਇਓ। ਔਰ ਸਤਿਗੁਰੂ ਜੀ ਨੇ ਅਖੀਰ ਤੇ ਜਿਹੜਾ ਪਾਵਨ ਬਚਨ ਕਿਹਾ ਨਾ ਵੀ ਅੱਖਾਂ ਖੁੱਲੀਆਂ ਹੋਣ ਚਾਹੇ ਬੰਦ ਹੋਣ, ਕਿਉਂਕਿ ਕਹਾਣੀ ਸਿਰਫ ਅੱਖਾਂ ਬਾਹਰ ਦੀਆਂ ਅੱਖਾਂ ਦੀ ਨਹੀਂ, ਕਹਾਣੀ ਤੇ ਅੰਦਰ ਦੀ ਪ੍ਰੇਮ ਦੀ ਹੈ। ਔਰ ਉਸੇ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਚ ਕਹੂੰ
सुन लेहो सबै जिन प्रेम कियो तिन ही प्रभ पायो। वो प्रेम अखा बंद करके आ जाए, वो प्रेम अखा खुलियां रख के आ जाए, पर जे प्रेम है तो फिर तो पा लेगा, नहीं तो बगले की तरह है। और इवें दे बगल समाधि देखो सारे बगले नहीं, पर यह जे कह लिए कि बहुतात गिनती बगलियां दी है। पहरावा धर्म का है पर अंदर बिरती बगले वाली है। और वो इवें दे बगले बिरती नूं बाबा कबीर जी कहते हैं कि वो हर के संत न आखिए बनारस के ठग। असल में उन्होंने जो पहरावा पाया, गल च माला पाई है, हाथ विच माला फड़ी है, हाथ च कटोरा फड़िया है, ये विखाड़ा किया कि मेरे वर्गा संत कोई नहीं। तो बाबा कबीर जी कहते नहीं नहीं भाई ये ठग ने, ये केवल लोगों को विखाते हैं, क्योंकि अंदर जिहड़ी बिरती है वो बगले वाली है। इत्थे गुरु साहब जी समझाते हैं, क्या बग बपड़ा छपड़े नहाए, नाल तरस खाते ने बेचारा बगला की छपड़ी च नहाएगा भाई, क्यों जी, उन्होंने समझ ही नहीं। और देखो कई इन्ने भोले मिलते ने कि आके कोई ना कोई गलबात भी करते हैं, फिर साडे बाबा जी, उन्होंने लगता है कि बाबा जी सब कुछ है। फिर उत्थे तरस आता कि हुण इन्हों समझावे तो की समझावे, कुछ बोले तो की बोले। इत्थे गुरु साहब जी कहते हैं वो बेचारे उन्होंने पता ही नहीं भी छप्पड़ी च नहाना चाहिए कि नहीं, की नहाएगा, क्यों जी। कहते कीचड़ डूबा मैल ना जाए, उन्होंने समझ ही नहीं। चिक्कड़ विच नहाउणा नहीं, कहते उहदे च डुबेगा, और डुब के मैल जानी नहीं, चिक्कड़ लगेगा, विकारां दा चिक्कड़ लगेगा, होमे दा चिक्कड़ लगेगा, ममता दा चिक्कड़ लगेगा। इत्थे चिक्कड़ लगना ही है। हुण देखो गुरु साहब ने जिथे ये उदाहरणा दित्तियां, एक पासे बगला है, एक पासे हंस है। पहलियां पंक्तियां विच हंस की गल कीती है, क्योंकि हंस का खाना कुछ होर है, बगले का खाना कुछ होर है। वेखण नूं हंस बगले वर्गे लगता है, पर सतगुरु जी कहते हैं भावें हज़ारां ही बगले आ जाण, भावें हज़ारां हंस दे विच एक बगला जाके बैठ जाए, पर बगला जिहड़ा है हंसां दे विच कदे रल ही नहीं सकता। क्योंकि हंसा विच बैठा बग ना बनी, नित बैठा मच्छी नूं तार लावे। बगले की जिहड़ी बिरती है, ध्यान है, उनका ध्यान ही होर पासे है। कि भावें हंसां दे विच भी बैठा होवे, ध्यान उनका यह है कि शिकार कदों आवे, किसी नूं लुटिया किवें जाए। बगले का ध्यान है मच्छी डड्डू विच, ते जिहड़ा बगले वर्गा, बगले की बिरती वर्गा है, वो भावें बैठा जपण वालियां दे विच है, पर ध्यान यह है कि मेरा गाहक कदों आवे, मैं कदों लुटा। हंसा विच बैठा बग ना बनी, नित बैठा मच्छी नूं तार लावे। ते क्यों तार लाउंदा है जी, क्योंकि सतगुरु कहते ने जां हंस सभा विचार कर देखण, तां बग्गा नाल जोड़ कदे ना आवे। हंस सभा दे विच बैठे हुण विचार करन के ना बगलियां नाल साडा जोड़ बनदा ही नहीं। और इसे नूं गुरु साहब जी कहते ने कि भगतां तै संसारियां जोड़ कदे ना आया। संसारियां दा ते भगतां दा आपस विच जोड़ कदे बनदा ही नहीं, क्योंकि वो बगले की तरह उन्होंने बिरती केवल डड्डी मच्छी तक है। तो हंसा का गुरु साहब जी कहते हैं खाना ही हो रहा। हंसा हीरा मोती चुगना, बग डड्डा भालन जाए। वो तो कहते ने जदों बग्गा विच हंसा दे आके बैठ भी जाए, उतरिया विचारा बगला मत होवै मंज लखावै। बगला जिहड़ा हंसां दे विच आके बैठते जावे, फिर उन्होंने एहसास हुंदा है कि इत्थे मेरी गल बननी नहीं, क्योंकि मेरी बिरती मेरा खाना कुछ होर है, इन्हां कुछ होर खाना है। हुण सतगुरु जी इत्थे किरपा कीती, असल विच हंस ते बगले 'च फर्क की है। गुरमुख नूं जपण वाले नूं हंस कहा, क्योंकि जिहड़ा हंस है बगले नूं तो पता ही नहीं, तो जिहड़ा हंस बिरती वाला उन्होंने पता है कि जे जीवन है तो इत्थे दुख भी आना सुख भी आना है।
ਬਗਲੇ ਨੇ ਕੇਵਲ ਬਗਲੇ ਬਿਰਤੀ ਵਾਲੇ ਨੇ ਕੇਵਲ ਚਾਹਣਾ ਕਿ ਮੇਰੇ ਕੋਲ ਸੁੱਖ ਹੀ ਸੁੱਖ ਆਵੇ। ਔਰ ਇਹਨੂੰ ਗੁਰੂ ਦੀ ਬਾਣੀ ਨੇ ਮੂਰਖਤਾ ਵੀ ਕਿਹਾ ਹੈ, ਮੂਰਖ ਵੀ ਕਿਹਾ ਹੈ ਕਿ ਭਾਈ ਜੇ ਦੁੱਖ ਛੱਡ ਕੇ ਤੂੰ ਕੱਲਾ ਸੁੱਖ ਮੰਗੇ ਤੇ ਫਿਰ ਮੂਰਖਤਾ ਹੈ ਨਾ। ਕੱਲਾ ਸੁੱਖ ਤੇ ਕਦੇ ਹੋ ਹੀ ਨਹੀਂ ਸਕਦਾ। ਜੇ ਤੂੰ ਮਨੁੱਖਾ ਜੀਵਨ ਧਾਰਨ ਕੀਤਾ, ਘਰ ਹੈ, ਗ੍ਰਸਤੀ ਹੈ, ਪਰਿਵਾਰ ਹੈ, ਕੱਲਾ ਸੁੱਖ ਆਵੇ ਕਦੇ ਕਿੱਥੇ ਹੋ ਸਕਦਾ ਜੀ। ਪਰਿਵਾਰ ਦੇ ਵਿੱਚ ਤੇ ਮੌਤ ਹੋਣੀ ਕਿਸੇ ਨਾ ਕਿਸੇ ਦੀ, ਉਦੋਂ ਦੁੱਖ ਆਉਣਾ ਹੈ। ਕਿਸੇ ਨੇ ਬਿਮਾਰ ਹੋਣਾ, ਉਦੋਂ ਦੁੱਖ ਆਉਣਾ ਹੈ। ਔਰ ਇਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਦੋ ਤਰ੍ਹਾਂ ਦੇ ਭਾਈ ਕੱਪੜੇ ਨੇ। ਬਸ ਜਿਹੜਾ ਹੰਸ ਬਿਰਤੀ ਵਾਲਾ ਹੈ ਉਹਨੂੰ ਇਸ ਗੱਲ ਦੀ ਸਮਝ ਹੈ। ਉਹ ਤਾਂ ਜੇ ਕੁਛ ਫਿਰ ਮੰਗਦਾ ਹੈ, ਅਰਦਾਸ ਕਰਦਾ, ਕਿਉਂਕਿ ਉਹਦਾ ਮੰਗਣਾ ਵੀ ਕੁਝ ਹੋਰ ਹੈ, ਉਹਦੀ ਖੁਰਾਕ ਹੋਰ ਹੈ ਨਾ। ਹੁਣ ਗੁਰੂ ਸਾਹਿਬ ਜੀ ਨੇ ਤਾਂ ਪਾਵਨ ਬਚਨ ਕਹੇ ਕਿਉਂ? ਕਹਿੰਦੇ ਜਿਹੜੇ ਹੰਸ ਨੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਉਹਨਾਂ ਸੰਤਾਂ ਨੂੰ, ਮਹਾਂਪੁਰਸ਼ਾਂ ਨੂੰ, ਜਪਣ ਵਾਲੇ ਗੁਰਮੁਖਾਂ ਨੂੰ ਹੰਸ ਕਿਹਾ। ਉਹ ਗੁਰੂ ਦੇ ਅੰਮ੍ਰਿਤ ਨੂੰ ਚੁਗਦੇ ਨੇ, ਉਹਨਾਂ ਦਾ ਚੋਗਾ ਹੋਰ ਹੈ। ਤੇ ਜਦੋਂ ਉਹ ਚੁਗਦੇ ਨੇ ਫਿਰ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਜੇ ਕੋ ਇੱਥੇ ਗੁਰੂ ਸਾਹਿਬ ਨੇ ਪਾਵਨ ਬਚਨ ਇਹ ਵੀ ਕਹੇ ਨੇ, ਜੇ ਕੋਈ ਬਗਲਾ ਹੋਵੇ, ਬਗਲੇ ਦੀ ਬਿਰਤੀ ਲੈ ਕੇ ਆਵੇ। ਹੁਣ ਇਹਨੂੰ ਬਗਲਾ ਬਿਰਤੀ ਵੀ ਕਿਹਾ ਗਿਆ। ਦੇਖੋ ਜੀ, ਸੰਸਾਰਿਕ ਪਦਾਰਥ ਮੰਗਣੇ ਔਰ ਸਾਰੀ ਜ਼ਿੰਦਗੀ ਇਹੀ ਮੰਗਦੇ ਰਹਿਣੇ। ਅੱਜ ਇਹ ਮਿਲੇ, ਕੱਲ੍ਹ ਇਹ ਮਿਲੇ, ਗੁਰੂ ਬਖਸ਼ੰਦ ਹੈ। ਇੱਥੇ ਅੱਜ ਗੁਰੂ ਨੇ ਸਮਝਾਇਆ ਕਿ ਇੱਥੇ ਕੋਈ ਬਗਲਾ ਵੀ ਆਵੇ, ਗੁਰੂ ਨੇ ਉਹਦੀਆਂ ਵੀ ਝੋਲੀਆਂ ਭਰ ਦੇਣੀਆਂ ਨੇ ਭਾਈ। ਪਰ ਜੇ ਕੋਈ ਹੰਸ ਬਿਰਤੇ ਲੈ ਕੇ ਆਵੇ, ਕਿਉਂਕਿ ਹੰਸਾਂ ਦੀ ਖੁਰਾਕ ਵੀ ਹੋਰ ਹੈ, ਉਹਨਾਂ ਮੰਗਣੇ ਕੁਝ ਹੋਰ ਹੈ। ਹੰਸਾਂ ਨੇ ਕੇਵਲ ਇੱਕੋ ਚੀਜ਼ ਮੰਗਣੀ ਕਿ ਸਤਿਗੁਰੂ ਜੀ ਤੇਰੇ ਚਰਨਾਂ ਵਿੱਚ ਆਏ ਹਾਂ ਤੇ ਤੈਨੂੰ ਹੀ ਮੰਗਣ ਆਏ ਹਾਂ। ਕਿਉਂਕਿ ਹੰਸਾਂ ਦਾ ਜਿਹੜਾ ਚੁਗਣਾ ਹੈ, ਮੋਤੀ ਹੀਰੇ ਨੇ, ਕੀਮਤੀ ਸੁੱਚੇ ਮੋਤੀ ਖਾਂਦੇ ਨੇ। ਔਰ ਸਤਿਗੁਰੂ ਜੀ ਤੇਰੇ ਗੁਣਾਂ ਤੋਂ ਬਿਨਾਂ ਹੋਰ ਸੁੱਚਾ ਮੋਤੀ ਕਿਹੜਾ ਹੈ? ਇਹ ਹੰਸਾਂ ਦੀ ਖੁਰਾਕ ਹੈ। ਹੰਸ ਤੇ ਅਰਦਾਸ ਕਰਦੇ ਨੇ, ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਭੇਜ ਤੁਝੇ ਧਿਆਈ। ਔਰ ਧੰਨ ਗੁਰੂ ਅਰਜਨ ਦੇਵ ਜੀ ਨੇ ਪਾਵਨ ਕਿਰਪਾ ਕਰਕੇ ਬਚਨ ਸੁਖਮਨੀ ਸਾਹਿਬ ਦੇ ਵਿੱਚ ਸਮਝਾਏ ਕਿ ਦੇਖੋ, ਗੁਰੂ ਕੋਲ ਤੇ ਭਾਵੇਂ ਕੋਈ ਬਗਲਾ ਸਮਾਧੀ ਵਾਲਾ ਵੀ ਆਵੇ, ਕਿਉਂਕਿ ਅੰਦਰ ਮੰਗ ਕੁਛ ਹੋਰ ਹੈ ਨਾ। ਚਾਹੀਦਾ ਤੇ ਇਸ ਸਰੋਵਰ ਵਿੱਚ ਆਇਆ ਸੀ, ਇਸ ਏਡੇ ਵੱਡੇ ਸਾਗਰ ਵਿੱਚ ਆਇਆ ਸੀ, ਹੰਸ ਬਣ ਕੇ ਆਉਂਦਾ। ਕਿਉਂਕਿ ਜਿੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਗਰ ਵਿੱਚ ਸਾਰੇ ਪਦਾਰਥ ਨੇ ਭਾਈ। ਔਰ ਮੇਰੇ ਵਰਗੇ ਨੇ ਕਿਸੇ ਨੇ ਸੁਣਿਆ ਕਿ ਸਾਰੀ ਨੇ ਸਾਰਾ ਦਿਨ ਕੰਢੇ ਤੇ ਚੱਲਦਾ ਫਿਰਦਾ, ਤੁਰਦਾ ਰਿਹਾ, ਤੇ ਸ਼ਾਮ ਨੂੰ ਕਿਸੇ ਨੇ ਪੁੱਛ ਲਿਆ ਕੁਛ ਲੱਭਿਆ? ਭਾਈ ਸਮੁੰਦਰ ਵਿੱਚ ਬੜਾ ਕੁਛ ਹੈ। ਉਹ ਕਹਿੰਦਾ ਐਵੇਂ ਕਹਿੰਦੇ ਨੂੰ ਮਿਲਿਆ ਤਾਂ ਕੁਝ ਵੀ ਨਹੀਂ। ਹੁਣ ਪੁੱਛੇ ਭਾਈ ਕਿਉਂ ਨਹੀਂ ਮਿਲਿਆ? ਕਹਿੰਦਾ ਮੈਂ ਸਾਰਾ ਦਿਨ ਕੰਢੇ ਕੰਢੇ ਤੁਰਦਾ ਰਿਹਾ, ਮੈਨੂੰ ਤਾਂ ਕੁਝ ਨਹੀਂ ਲੱਭਿਆ। ਪਰ ਭਾਈ ਗੁਰਦਾਸ ਜੀ ਸਮਝਾਉਂਦੇ ਨੇ, ਭਾਈ ਕੰਢੇ ਕੰਢੇ ਤੇ ਸਾਰਾ ਦਿਨ ਕੀ ਸਾਰੀ ਜ਼ਿੰਦਗੀ ਵਿੱਚ ਚੱਲਦਾ ਫਿਰਦਾ ਰਹੋ। ਕੰਢੇ ਤੇ ਤੁਰਿਆ ਕੁਝ ਨਹੀਂ ਲੱਭਣਾ, ਉੱਥੇ ਵਾਸਤੇ ਹੰਸ ਬਣਨਾ ਪਏਗਾ। ਹੰਸ ਦੀ ਤਰ੍ਹਾਂ ਮਰਜੀਵਾ ਹੋ ਕੇ ਵਿੱਚ ਟੁੱਬੀ ਲਾਉਣੀ ਪਏਗੀ। ਸਾਗਰ ਦੇ ਵਿੱਚ ਬੜਾ ਕੁਝ ਹੈ, ਜੋ ਚਾਹੇ ਤੈਨੂੰ ਲੱਭ ਸਕਦਾ ਹੈ। ਔਰ ਭਾਈ ਸਾਹਿਬ ਜੀ ਉੱਥੇ ਉਦਾਹਰਨ ਦਿੰਦੇ ਨੇ, ਕਹਿੰਦੇ ਤੈਸੇ ਸੋ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ। ਗੁਰਬਾਣੀ ਦੇ ਵਿੱਚ ਸਾਰੇ ਪਦਾਰਥ ਨੇ, ਬਹੁਤ ਨੇ, ਸਾਰੇ ਹੀ ਨੇ, ਪਰ ਲੱਭੇਗਾ ਤਾਂ ਕੋਈ ਹੰਸ ਬਣੇ, ਕੋਈ ਖੋਜੇ। ਅੱਜ ਗੁਰੂ ਸਾਹਿਬ ਨੇ ਇੱਥੇ ਸਮਝਾਇਆ ਕਿ ਇੱਥੇ ਹੰਸ ਆਵੇ। ਹੰਸ ਦਾ ਕਿਉਂਕਿ ਉਹਦੀ ਖੁਰਾਕ ਹੋਰ ਹੈ, ਉਹਨੇ ਕੇਵਲ ਗੁਰੂ ਦੇ ਦਰਸ਼ਨ ਮੰਗਣੇ ਨੇ, ਮਿਲੇਗਾ। ਬਗਲਾ ਬਿਰਤੇ ਲੈ ਕੇ ਆਵੇ, ਬਗਲੇ ਦੀ ਖੁਰਾਕ ਕੇਵਲ ਛੋਟੀ ਮੋਟੀ ਡੱਡੀ ਮੱਛੀ ਹੈ। ਉਹਦੇ ਛੋਟੀਆਂ ਛੋਟੀਆਂ ਮੰਗੀਆਂ ਨੇ, ਧੀ ਮਿਲ ਜੇ, ਪੁੱਤਰ ਮਿਲ ਜੇ, ਨੌਕਰੀ ਮਿਲ ਜੇ, ਮਿਲੇਗਾ। ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਨੇ ਨਾ, ਇੱਥੇ ਸਭ ਕੁਝ ਮਿਲੇਗਾ। ਔਰ ਉਹ ਪੌੜੀ ਤਕਰੀਬਨ ਕਈ ਵਾਰੀ ਵਿਚਾਰ ਵੀ ਕੀਤੀ, ਆਪ ਸਭ ਨੂੰ ਚੇਤੇ ਵੀ ਹੈ। ਸਤਿਗੁਰੂ ਕਹਿੰਦੇ ਨੇ ਚਾਰ ਪਦਾਰਥ ਜੇ ਕੋ ਮੰਗੈ, ਚਾਰੇ ਪਦਾਰਥ ਨੇ, ਉਹ ਕੋਈ ਵੀ ਆ ਕੇ ਮੰਗ ਲੇ। ਇਹਨੂੰ ਬਗਲ ਸਮਾਧੀ ਵੀ ਕਿਹਾ ਹੈ ਕਿ ਬਿਰਤੇ ਕੇਵਲ ਪਦਾਰਥਾਂ ਤੱਕ ਸੀਮਤ, ਇੱਥੇ ਆ ਕੇ ਉਹ ਵੀ ਮੰਗੇ ਤਾਂ ਉਹ ਵੀ ਮਿਲਣਗੇ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲੱਗੇ, ਉਹ ਸੇਵਾ ਦੇ ਵਿੱਚ ਆ ਕੇ ਲੱਗੇ ਤੇ ਸਹੀ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਥੇ ਆ ਕੇ ਕੋਈ ਇਹ ਵੀ ਮੰਗੇ ਕਿ ਦੁੱਖ ਚਲੇ ਜਾਣ, ਆਉਣਗੇ ਤੇ ਜ਼ਰੂਰ। ਗੁਰੂ ਸਾਹਿਬ ਜੀ ਕਹਿੰਦੇ ਚਲੇ ਵੀ ਜਾਣਗੇ।
ਇੱਥੇ ਆ ਕੇ ਕੋਈ ਇਹ ਮੰਗੇ ਕਿ ਮੈਨੂੰ ਇੱਜ਼ਤ ਮਿਲੇ, ਮਾਣ ਵਡਿਆਈ ਮਿਲੇ, ਸ਼ੋਭਾ ਮਿਲੇ। ਸਤਿਗੁਰੂ ਜੀ ਕਹਿੰਦੇ ਨੇ ਭਾਈ ਇਹ ਵੀ ਮਿਲ ਜਾਏਗਾ, ਕਿਉਂਕਿ ਮੰਗਾ ਛੁੱਟੀਆਂ ਦਾ ਵਿਚਾਰੇ ਨੂੰ ਪਤਾ ਹੀ ਨਹੀਂ ਮੰਗਣਾ ਕੀ ਹੈ। ਕਿਆ ਪੱਗ ਬੱਪੜਾ, ਵਿਚਾਰੇ ਨੂੰ ਪਤਾ ਹੀ ਨਹੀਂ ਕਿ ਮੰਗਣਾ ਕੀ ਹੈ। ਗੁਰੂ ਸਾਹਿਬ ਜੀ ਕਹਿੰਦੇ ਮਿਲ ਇਹ ਵੀ ਜਾਏਗਾ, ਪਰ ਇਹਦੇ ਵਾਸਤੇ ਵੀ ਆਪਣੀ ਹਉਮੈ ਤੇ ਮੈਂ ਨੂੰ ਛੱਡਣਾ ਪਏਗਾ। ਸੰਗਤ ਵਿੱਚ ਆ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦ ਗਾਵੇ। ਜੇ ਕੋ ਆਪਣੀ ਸੋਭਾ ਲੋਰੈ ਸਾਜਨ, ਜੇ ਕੋਈ ਆਪਣੀ ਇੱਜ਼ਤ ਤੇ ਸੋਭਾ ਵਡਿਆਈ ਚਾਹੁੰਦਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਧ ਸੰਗੇ ਹਉਮੈ ਛੋੜੈ। ਸੰਗਤ ਵਿੱਚ ਆ, ਹਉਮੈ ਨੂੰ ਛੱਡ। ਔਰ ਅੱਗੇ ਪਾਵਨ ਬਚਨ ਇੱਥੋਂ ਤੱਕ ਹੈ ਕਿ ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੇ ਸ਼ਰਨ ਹੀ ਪਰੈ। ਤੂੰ ਸਾਧ ਗੁਰੂ ਦੇ ਸ਼ਰਨ ਵਿੱਚ ਆ ਤੇ ਸਹੀ, ਜਨਮ ਮਰਨ ਵੀ ਕੱਟਿਆ ਜਾਏਗਾ। ਪਰ ਜਿਹੜੀ ਅਖੀਰ ਤੇ ਬਚਨ ਕਹੇ ਨੇ ਉਹ ਉਹਨਾਂ ਹੰਸ ਜੀਵਾਂ ਵਾਸਤੇ ਕਿਹਾ ਹੈ, ਹੰਸ ਗੁਰਸਿੱਖਾਂ ਲਈ ਕਿਹਾ ਹੈ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ ਪਈ, ਮੈਂ ਉਹਨਾਂ ਤੋਂ ਕੁਰਬਾਨ ਜਾਵਾਂ। ਹੁਣ ਸਤਿਗੁਰੂ ਜੀ ਨੇ ਇੱਥੇ ਕਿਰਪਾ ਕਰਕੇ ਅੱਜ ਸਮਝਾਇਆ ਕਿ ਸਾਗਰ ਗੁਰੂ ਹੈ। ਔਰ ਪਹਿਲੀ ਪੰਕਤੀ ਇਹ ਹੈ, ਗੁਰ ਸਾਗਰ, ਗੁਰੂ ਸਾਗਰ ਹੈ। ਤੇ ਸਾਗਰ ਵਿੱਚ ਹੁੰਦਾ ਕੀ, ਕਹਿੰਦੇ ਰਤਨੇ ਭਰਪੂਰ, ਉਹ ਰਤਨ ਨੇ ਜਿਨ੍ਹਾਂ ਦੀ ਕੀਮਤ ਕੋਈ ਨਹੀਂ। ਔਰ ਇਹਨਾਂ ਰਤਨਾਂ ਦੇ ਨਾਲ ਭਰਪੂਰੇ, ਭਰਪੂਰੇ ਕਹਿੰਦੇ ਜਿਹੜਾ ਉੱਤੋਂ ਤੱਕ ਨੱਕੋ ਨੱਕ ਭਰਿਆ ਹੋਵੇ। ਗੁਰੂ ਗਿਆਨ ਦਾ ਸਾਗਰ ਹੈ, ਔਰ ਗਿਆਨ ਇੱਥੇ ਖਤਮ ਹੋਣ ਵਾਲਾ ਨਹੀਂ, ਨੱਕੋ ਨੱਕ ਭਰਿਆ ਹੋਇਆ ਹੈ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਔਰ ਇਹ ਜਿਹੜਾ ਅੰਦਰ ਰਤਨ ਨੇ ਅੰਮ੍ਰਿਤਮਈ, ਉਹ ਗਿਆਨ ਹੈ, ਗੁਣ ਨੇ। ਫਿਰ ਸੰਤ ਜਨ ਨੂੰ ਚੁੱਕਦੇ ਨੇ, ਹੰਸ ਸੰਤ ਚੁੱਕਦੇ ਨੇ। ਹਰ ਰਸ ਚੋਗ ਚੁਗੇ ਪ੍ਰਭ ਭਾਵੈ, ਤੇ ਜਦੋਂ ਹੰਸ ਬਣ ਕੇ ਗੁਰੂ ਕੇ ਸਕੇ ਇਸ ਚੋਗੇ ਨੂੰ ਚੁੱਕਦੇ ਨੇ, ਇਸ ਗਿਆਨ ਨੂੰ ਚੁੱਕਦੇ ਨੇ, ਇਕੱਠਾ ਕਰਦੇ ਨੇ। ਫਿਰ ਪ੍ਰਭੂ ਪਰਮੇਸ਼ਰ ਉਹਨਾਂ ਨੂੰ ਪਾਉਂਦਾ, ਉਹ ਪ੍ਰਭੂ ਨੂੰ ਪਾ ਜਾਂਦੇ ਨੇ। ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਫਿਰ ਗੁਰੂ ਕੇ ਸਿੱਖ ਉਸ ਸਰੋਵਰ ਦੇ ਵਿੱਚ, ਉਹ ਸਰੋਵਰ ਕਹਿ ਲਈਏ ਸੰਗਤ, ਜਿਹਨੂੰ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਅੰਮ੍ਰਿਤਸਰ ਨਾਭੈ। ਇਹ ਸਰੋਵਰ ਗੁਰੂ ਕੀ ਸੰਗਤ ਵਿੱਚ ਹੰਸ ਫਿਰ ਇੰਨਾ ਕੁ ਪ੍ਰੇਮ ਦੇ ਨਾਲ ਹੁੰਦੇ ਨੇ ਕਿ ਹੰਸ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਸੰਗਤ ਵਿੱਚੋਂ ਉਹਨਾਂ ਨੂੰ ਪ੍ਰਾਣਾਂ ਦਾ ਪਤੀ ਮਿਲਦਾ ਹੈ। ਔਰ ਇਸ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਉਹ ਅਵਸਥਾ ਬਣਦੀ ਜੀ ਅੰਦਰ ਦੀ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਸੰਗਤ ਵਿੱਚ ਪ੍ਰਾਣਾਂ ਦਾ ਪਤੀ ਮਿਲਦਾ ਹੈ। ਅੱਗੇ ਰਹਾਉ ਦੀਆਂ ਪੰਕਤੀਆਂ ਦੀ ਵਿਚਾਰ ਆਪਾਂ ਕੀਤੀ ਹੈ। ਕਿਆ ਬਗ ਬੱਪੜਾ ਛੱਪੜੇ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ। ਹੁਣ ਜਿਹੜੇ ਗੁਰਸਿੱਖ ਜਿਨ੍ਹਾਂ ਦੀ ਬਿਰਤੀ ਹੰਸਾ ਵਰਗੀ ਹੈ, ਉਹ ਕਰਦੇ ਕੀ ਨੇ? ਜੀਵਨ ਵਿੱਚ ਰੱਖ ਰੱਖ ਚਰਨ ਧਰੇ ਵਿਚਾਰੀ। ਜਿਹੜਾ ਚਰਨ ਦਾ ਅਰਥ ਆਪ ਜੀ ਸਮਝ ਦਿਓ ਪੈਰ, ਕਦਮ। ਆਪਣਾ ਇੱਕ ਇੱਕ ਪੈਰ ਵਿਚਾਰ ਕੇ ਸੋਚ ਸਮਝ ਕੇ ਪੱਟਦੇ ਨੇ। ਔਰ ਦੇਖੋ ਇੱਥੇ ਚਰਨ ਜਾਂ ਪੈਰ ਦਾ ਮਤਲਬ ਸਿਰਫ ਸਰੀਰਾਂ ਵਾਲੇ ਪੈਰ ਨਹੀਂ, ਇੱਥੇ ਉਹ ਸੋਚ ਹੈ, ਇੱਥੇ ਉਹ ਟੀਚਾ ਹੈ ਕਿ ਜਿਹਨੂੰ ਆਪਾਂ ਆਮ ਤੌਰ 'ਤੇ ਵੀ ਕਹਿੰਦੇ ਕਿ ਤੇਰਾ ਅਗਲਾ ਕਦਮ ਕੀ ਹੋਏਗਾ, ਵੀ ਅੱਗੇ ਤੂੰ ਕਰਨਾ ਕੀ ਹੈ। ਕਦਮ ਦਾ ਮਤਲਬ ਅੱਗੇ ਕਰਨਾ ਕੀ ਹੈ, ਅੱਗੇ ਜੋ ਕੁਛ ਕਰਨਾ ਹੈ। ਫਿਰ ਗੁਰਮੁਖ ਜਨ ਹੰਸ ਗੁਰਸਿੱਖ ਇੱਕ ਇੱਕ ਚਰਨ ਜਿਹੜਾ ਹੈ, ਕਦਮ ਹੈ, ਉਹ ਵਿਚਾਰ ਕੇ ਪੱਟਦੇ ਨੇ। ਔਰ ਇਸੇ ਚਰਨ ਨੂੰ ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਇਹ ਮਨ ਕਰਕੇ ਵਿਚਾਰਾ ਕਰਕੇ ਅੱਗੇ ਚਰਨ ਕਿਹੜਾ ਪੱਟਣਾ ਹੈ, ਕਦਮ ਕਿਹੜਾ ਪੱਟਣਾ ਹੈ। ਗੁਰਮੁਖ ਜਨ ਧਰੇ ਵਿਚਾਰੀ, ਸੋਚ ਸਮਝ ਕੇ ਵਿਚਾਰ ਕਰਕੇ ਫਿਰ ਕਦਮ ਪੱਟਦੇ ਨੇ ਕਿ ਇਹ ਕਰਮ ਨੂੰ ਕਰਨਾ ਚਾਹੀਦਾ ਕਿ ਨਹੀਂ, ਇਹ ਕਰਮ ਗੁਰੂ ਦੇ ਮੁਤਾਬਕ ਠੀਕ ਹੈ ਕਿ ਨਹੀਂ। ਕਿਉਂਕਿ ਦੁਬਦਾ ਛੋੜ ਭਏ ਨਿਰੰਕਾਰੀ, ਉਹਨਾਂ ਨੇ ਅੰਦਰ ਦੀ ਦੁਬਦਾ ਛੱਡ ਦਿੱਤੀ ਹੈ। ਆਪਣਾ ਕਦਮ ਉਸ ਪਾਸੇ ਨੂੰ ਕਦੇ ਨਹੀਂ ਪੱਟਦੇ ਜਿੱਧਰੋਂ ਦੁਬਦਾ ਆਵੇ ਕਿ ਸ਼ਾਇਦ ਇਹ ਬਾਬਾ ਜੀ, ਕਿ ਸ਼ਾਇਦ ਉਹ ਸੰਤ ਜੀ। ਫਿਰ ਉਹ ਅੰਦਰੋਂ ਇਹ ਦੂਜੀ ਤੀਜੀ ਦੁਬਦਾ ਨੂੰ ਖਤਮ ਕਰਕੇ ਕੇਵਲ ਇੱਕੋ ਪਾਸੇ ਚਰਨ ਪੱਟਦੇ ਨੇ। ਔਰ ਸਮਝ ਕੇ, ਸੋਚ ਕੇ, ਵਿਚਾਰ ਕੇ। ਦੁਬਦਾ ਛੋੜ ਭਏ ਨਿਰੰਕਾਰੀ, ਤੇ ਨਿਰੰਕਾਰੀ ਦਾ ਅਰਥ ਉਹ ਰੱਬ ਵਾਲੀ ਹੋ ਗਈ। ਉਹ ਨਿਰੰਕਾਰੀ ਹੋ ਕੇ, ਕੇਵਲ ਨਿਰੰਕਾਰ ਦੇ ਹੋ ਕੇ ਦੂਜੀ ਦੁਬਦਾ ਛੱਡ ਦਿੱਤੀ।
ਮੁਕਤ ਪਦਾਰਥ ਹਰ ਰਸ ਚਾਖੇ। ਤੇ ਜਿਹੜੇ ਰੱਬ ਦੇ ਬਣ ਜਾਂਦੇ ਨੇ ਫਿਰ ਮੁਕਤੀ ਦਾ ਪਦਾਰਥ ਹਰੀ ਨਾਮ ਰਸ ਨੂੰ ਕੇਵਲ ਉਹੀ ਚੱਖਦੇ ਨੇ। ਤੇ ਜਿਹੜੇ ਚੱਖ ਲੈਣ ਕਹਿੰਦੇ ਆਵਣ ਜਾਣ ਰਹੇ ਗੁਰ ਰਾਖੇ। ਗੁਰੂ ਨੇ ਉਹਨਾਂ ਤੇ ਕਿਰਪਾ ਕੀਤੀ, ਉਹਨਾਂ ਦਾ ਆਉਣਾ ਜਾਣਾ ਮੁਕਾ ਦਿੱਤਾ। ਸਰਵਰ ਹੰਸਾ ਛੋੜ ਨਾ ਜਾਏ। ਫਿਰ ਜਿਹੜੇ ਹੰਸ ਗੁਰਸਿੱਖ ਨੇ ਉਹ ਗੁਰੂ ਰੂਪੀ ਸਰੋਵਰ ਨੂੰ ਛੱਡ ਕੇ ਕਦੇ ਕਿਸੇ ਹੋਰ ਪਾਸੇ ਨਹੀਂ ਜਾਂਦੇ। ਪ੍ਰੇਮ ਭਗਤ ਕਰ ਸਹਿਜ ਸਮਾਏ, ਕਿਉਂਕਿ ਉਹਨਾਂ ਦਾ ਆਪਣੇ ਗੁਰੂ ਸਰੋਵਰ ਦੇ ਵਿੱਚ ਪ੍ਰੇਮ ਇੰਨਾ ਬਣਦਾ ਹੈ ਕਿ ਭਗਤੀ ਕਰ ਕਰਕੇ ਉਹ ਸਰੋਵਰ ਦੇ ਵਿੱਚ ਗੁਰੂ ਦੇ ਵਿੱਚ ਹੀ ਸਮਾ ਜਾਂਦੇ ਨੇ। ਔਰ ਦੇਖੋ ਜਿੱਥੇ ਹੰਸ ਦੇ ਗੁਰੂ ਸਾਹਿਬ ਜੀ ਉਦਾਹਰਣ ਦਿੰਦੇ ਨੇ, ਤੇ ਹੰਸ ਦੇ ਬਾਰੇ ਕਦੇ ਪੜ੍ਹ ਕੇ ਦੇਖਿਓ। ਇੱਕ ਥਾਂ ਤੇ ਪੜ੍ਹਿਆ ਸੀ ਕਿ ਹੰਸ ਸਾਰੀ ਜ਼ਿੰਦਗੀ ਉਹ ਬੋਲਦਾ ਨਹੀਂ ਜੀ, ਪਰ ਜਦੋਂ ਉਹਦੀ ਮੌਤ ਹੁੰਦੀ ਕਿ ਪਤਾ ਨਹੀਂ ਕੁਦਰਤੀ ਤੌਰ ਤੇ ਉਹਦੇ ਅੰਦਰੋਂ ਇੱਕ ਆਵਾਜ਼ ਨਿਕਲਦੀ, ਔਰ ਆਵਾਜ਼ ਬੜੀ ਮਿੱਠੀ ਜਿਵੇਂ ਕੋਈ ਗੀਤ ਗਾਉਂਦਾ ਹੋਵੇ। ਤੇ ਉਸ ਆਵਾਜ਼ ਵਿੱਚ ਗੀਤ ਵਿੱਚ ਇੰਨਾ ਮਸਤ ਹੁੰਦਾ ਕਿ ਜਿਹੜੇ ਸਰੋਵਰ ਦੇ ਵਿੱਚ ਰਹਿੰਦਾ ਹੈ ਉਸੇ ਸਰੋਵਰ ਵਿੱਚ ਟੁੱਬੀ ਐਸੀ ਮਾਰਦਾ ਹੈ ਕਿ ਡੁੱਬ ਕੇ ਉਹਦੇ ਵਿੱਚ ਹੀ ਮੌਤ ਹੋ ਜਾਂਦੀ, ਉਹਨੂੰ ਸਮਝ ਹੀ ਨਹੀਂ ਲੱਗਦੀ, ਵਿੱਚ ਹੀ ਲੀਨ ਹੋ ਜਾਂਦਾ ਹੈ। ਇਹ ਕੁਦਰਤ ਨੇ ਉਹਦਾ ਪ੍ਰੇਮ ਹੀ ਐਸਾ ਬਣਾਇਆ ਹੈ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਪ੍ਰੇਮ ਭਗਤ ਕਰ ਸਹਿਜ ਸਮਾਏ। ਜਿਹੜੇ ਸੱਚਮੁੱਚ ਹੰਸ ਰੂਪੀ ਗੁਰੂ ਦੇ ਸਿੱਖ ਹੋ ਗਏ ਨਾ, ਉਹ ਫਿਰ ਗੁਰੂ ਗੁਰੂ ਜਪਦਿਆਂ ਗੁਰੂ ਸਰੋਵਰ ਦੇ ਵਿੱਚ ਹੀ ਸਮਾ ਜਾਂਦੇ ਨੇ, ਗੁਰੂ ਦਾ ਰੂਪ ਹੀ ਹੋ ਜਾਂਦੇ ਨੇ। ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮੈਂ ਹੰਸ ਸਰੋਵਰ ਗੁਰੂ। ਗੁਰੂ ਵਿੱਚ ਹੰਸ ਗੁਰੂ ਕਾ ਸਿੱਖ, ਗੁਰੂ ਕਾ ਸਿੱਖ ਸਰੋਵਰ ਦੇ ਵਿੱਚ ਸਮਾ ਜਾਂਦਾ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਹਰੀ ਦਾ ਰੂਪ ਹੋ ਜਾਂਦਾ ਹੈ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਹੁਣ ਜਿਹੜਾ ਹੰਸ ਹੈ ਸਰੋਵਰ ਵਿੱਚ ਸਮਾ ਜਾਂਦਾ ਹੈ ਤੇ ਹੰਸ ਦੇ ਵਿੱਚ ਸਾਗਰ ਸਮਾ ਜਾਂਦਾ ਹੈ। ਹੁਣ ਦੇਖੋ ਇਹਨੂੰ ਫਿਰ ਵਿਚਾਰ ਕਰਿਓ, ਸਾਗਰ ਰੱਬ ਪਰਮੇਸ਼ਰ, ਸਰੋਵਰ ਗੁਰੂ ਤੇ ਹੰਸ ਗੁਰੂ ਕਾ ਸਿੱਖ ਜਪਣ ਵਾਲਾ। ਸਰਵਰ ਮੈਂ ਹੰਸ, ਹੰਸ ਗੁਰੂ ਕਾ ਸਿੱਖ ਗੁਰੂ 'ਚ ਸਮਾ ਗਿਆ, ਤੇ ਜਦੋਂ ਗੁਰੂ ਦਾ ਰੂਪ ਹੋ ਗਿਆ ਗੁਰੂ 'ਚ ਸਮਾ ਗਿਆ। ਕਹਿੰਦੇ ਹੰਸ ਮੈਂ ਸਾਗਰ। ਉਸ ਹੰਸ ਵਿੱਚ ਸਾਗਰ ਸਮਾ ਜਾਂਦਾ, ਰੱਬ ਵੀ ਉਹਦੇ ਵਿੱਚ ਸਮਾ ਜਾਂਦਾ ਹੈ। ਜਾਂ ਕਹਿ ਲਈਏ ਕਿ ਉਹ ਰੱਬ ਦੇ ਵਿੱਚ ਹੀ ਸਮਾ ਜਾਂਦਾ ਹੈ। ਅਕਤ ਕਥਾ ਗੁਰ ਬਚਨੀ ਆਦਰ। ਇਹ ਸਤਿਗੁਰ ਜੀ ਤੇਰੀ ਕਥਾ ਅਕਥ ਹੈ, ਕਥਨ ਤੋਂ ਪਰੇ ਹੈ, ਬਸ ਸਿਰਫ ਆਦਰ ਕੀਤਾ ਜਾ ਸਕਦਾ। ਤੇ ਆਦਰ ਕਿਵੇਂ? ਹੁਣ ਦੇਖੋ ਗੁਰੂ ਦਾ ਆਦਰ, ਗੁਰੂ ਦਾ ਸਤਿਕਾਰ ਕਿਵੇਂ? ਕੋਈ ਜਿਹੜੇ ਢੰਗ ਨਾਲ ਅਸੀਂ ਕਰਨੇ, ਚਲੋ ਸਤਿਕਾਰ ਤੇ ਕਿਹਾ ਜਾ ਸਕਦਾ, ਸਤਿਕਾਰ ਇਹ ਵੀ ਹੈ। ਰੁਮਾਲਾ ਕੀਮਤੀ ਚੜਾ ਦਿੱਤਾ, ਚੌਰ ਸਭ ਕਰ ਲਈ, ਸਤਿਕਾਰ ਹੀ ਹੈ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਪੁੱਛੇ ਕਿ ਅਸਲ ਸਤਿਕਾਰ ਗੁਰੂ ਦਾ ਕੀ ਹੈ, ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰ ਬਚਨੀ ਆਦਰ। ਗੁਰੂ ਦਾ, ਰੱਬ ਦਾ ਸਤਿਕਾਰ ਅਸਲ ਵਿੱਚ ਗੁਰੂ ਦੇ ਬਚਨਾਂ ਨੂੰ ਮੰਨ ਕੇ ਹੁੰਦਾ ਹੈ। ਸਤਿਕਾਰ ਦਾ ਮਤਲਬ ਇਹ ਕਿ ਜੋ ਮੇਰੇ ਗੁਰੂ ਨੂੰ ਕਹਿ ਦਿੱਤਾ ਬਸ ਉਹੀ ਕਰਨਾ, ਤੇ ਜੋ ਗੁਰੂ ਨੂੰ ਕਹਿ ਦਿੱਤਾ ਨਹੀਂ ਕਰਨਾ। ਫਿਰ ਭਾਵੇਂ ਦੁਨੀਆ ਇੱਧਰ ਦੀ ਹੋਏ ਇੱਧਰ ਹੋ ਜਾਏ, ਫਿਰ ਨਹੀਂ ਕਰਨਾ। ਅਸਲ ਸਤਿਕਾਰ ਇਹ ਹੈ। ਔਰ ਜਿਹੜਾ ਸ਼ਾਇਦ ਅਸੀਂ ਬਹੁਤ ਘੱਟ ਗੁਰੂ ਕੇ ਸਿੱਖ ਨੇ ਕਿ ਜਿਹੜੇ ਗੁਰੂ ਨੂੰ ਇਹ ਸਤਿਕਾਰ ਦਿੰਦੇ ਨੇ। ਸੁਰ ਨਾਰ ਸੁਨ ਮੰਡਲ ਇੱਕ ਜੋਗੀ ਬੈਸੇ। ਸੁਨ ਮੰਡਲ ਇੱਕ ਜੋਗੀ ਬੈਸੇ, ਕਿਉਂਕਿ ਜਪਣ ਵਾਲੇ ਉਹਦੇ ਵਿੱਚ ਸਮਾ ਗਏ, ਤੇ ਫਿਰ ਉਹਨਾਂ ਦੀ ਅਵਸਥਾ ਕਿਵੇਂ ਦੀ ਹੈ? ਰੱਬ ਆਪ ਸੁਨ ਮੰਡਲ ਹੈ, ਤੇ ਜਪਣ ਵਾਲੇ ਉਹਦੇ ਵਿੱਚ ਇੱਕ ਜੋਗੀਆਂ ਦੀ ਤਰ੍ਹਾਂ ਲੀਨ ਹੋ ਕੇ ਸਮਾਗ ਵਿੱਚ ਬੈਠ ਗਏ। ਨਾਰ ਨਾ ਪੁਰਖ ਕਹੋ ਕੁਕੈਸੋਂ ਦੇ ਵਿੱਚ ਲੀਨ ਤੇ ਹੋ ਗਏ। ਪਰ ਇਹ ਕੋਈ ਨਹੀਂ ਕਹਿ ਸਕਦਾ ਕਿ ਉਹ ਰੱਬ ਪਰਮੇਸ਼ਰ ਪੁਰਖ ਹੈ ਜਾਂ ਨਾਰ ਹੈ, ਕਿਉਂਕਿ ਇਸ ਨੂੰ ਬਾਬਾ ਨਾਮਦੇਵ ਜੀ ਕਹਿੰਦੇ ਨੇ ਕਿ ਚਾਹੇ ਇਸਤਰੀ ਹੈ ਚਾਹੇ ਪੁਰਖ ਹੈ, ਉਹ ਸਾਰਿਆਂ ਦੇ ਵਿੱਚ ਇੱਕ ਰਸ ਲਗਾਤਾਰ ਆਪ ਹੀ ਹੈ। ਜਿਹਨੂੰ ਭਗਤਾਂ ਨੇ ਬਾਣੀ ਦੇ ਵਿੱਚ ਬਹੁਤ ਸਾਰੇ ਬਚਨ ਕਹੇ ਨੇ, ਇਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਫਿਰ ਕਿਹਾ ਨਹੀਂ ਜਾ ਸਕਦਾ ਉਹ ਪੁਰਸ਼ ਹੈ ਕਿ ਉਹ ਇਸਤਰੀ ਹੈ। ਕਿਵੇਂ ਕਹੀਏ? ਜਿੰਦਾ ਰੂਪ ਹੀ ਕੋਈ ਨਹੀਂ, ਰੇਖ ਹੀ ਕੋਈ ਨਹੀਂ, ਚੱਕਰ ਕੋਈ ਨਹੀਂ, ਚਿੰਨ੍ਹ ਕੋਈ ਨਹੀਂ।
ਤ੍ਰਿਭਵਨ ਜੋਤ ਰਹੇ ਲਿਵ ਲਾਈ, ਤਿੰਨਾਂ ਭਵਨਾਂ ਦੇ ਵਿੱਚ ਉਹਦੀ ਹੀ ਜੋਤ ਹੈ। ਸੁਰ ਨਰ ਨਾਥ ਸੱਚੇ ਸਰਣਾਈ, ਚਾਹੇ ਕੋਈ ਸੁਰ ਦੇਵਤਾ ਹੋਵੇ, ਚਾਹੇ ਕੋਈ ਨਰ ਮਨੁੱਖ ਹੋਵੇ, ਕੋਈ ਜੋਗੀ ਹੋਵੇ, ਕੋਈ ਨਾਥ ਹੋਵੇ, ਸਾਰੇ ਉਸ ਸੱਚੇ ਦੀ ਸ਼ਰਨ ਵਿੱਚ ਨੇ। ਆਨੰਦ ਮੂਲ ਅਨਾਥ ਆਧਾਰੀ, ਉਹ ਪਰਮੇਸ਼ਰ ਆਨੰਦ ਰੂਪ ਹੈ, ਆਨੰਦ ਦਾ ਮੂਲ ਹੈ। ਉਹ ਅਨਾਥਾਂ ਦਾ ਨਾਥ ਹੈ, ਮਾਲਕ ਹੈ। ਗੁਰਮੁਖ ਭਗਤ ਸਹਿਜ ਵਿਚਾਰੇ, ਤੇ ਗੁਰਮੁਖ ਜਨ ਗੁਰੂ ਦੇ ਸਨਮੁਖ ਹੋ ਕੇ ਭਗਤੀ ਕਰਕੇ ਸਹਿਜ ਵਿੱਚ ਟਿਕੇ ਇਸ ਗੱਲ ਦੇ ਵਿਚਾਰ ਕਰਦੇ ਨੇ। ਭਗਤ ਵਸ਼ਲ ਭੈ ਕਾਟਣ ਹਾਰੇ, ਤੇ ਵਿਚਾਰ ਕੀ ਉਹ ਭਗਤੀ ਕਰਨ ਵਾਲਿਆਂ ਦੇ ਵਸ ਹੈ, ਭਗਤ ਵਸ਼ਲ ਹੈ। ਭਗਤ ਦੇ ਤੱਤੇ ਨੂੰ ਸਿਆਰੇ ਜਿੰਦਾ ਅਰਥ ਭਗਤੀ, ਤੇ ਭਗਤੀ ਕਰਨ ਵਾਲਿਆਂ ਦੇ ਉਹ ਵਸ ਵਿੱਚ ਹੈ। ਭੈ ਕਾਟਣ ਹਾਰੇ, ਤੇ ਜਦੋਂ ਉਹ ਭਗਤੀ ਕਰਨ ਵਾਲਿਆਂ ਦੇ ਵਸ ਵਿੱਚ ਹੈ, ਉਹਨਾਂ ਦੇ ਅੰਦਰ ਆ ਕੇ ਵਸਦਾ ਹੈ, ਉਹਨਾਂ ਦੇ ਸਾਰੇ ਭੈ ਕੱਟਣ ਵਾਲਾ ਵੀ ਉਹ ਹੈ। ਹਉਮੈ ਮਾਰ ਮਿਲੇ ਪਗ ਧਾਰੇ, ਕਹਿੰਦੇ ਜਦੋਂ ਅੰਦਰ ਦੀ ਹਉਮੈ ਨੂੰ ਮਾਰਿਆ, ਇੱਕ ਪੈਰ ਪੱਟਿਆ, ਪਗ ਧਾਰੇ, ਹਉਮੈ ਨੂੰ ਅੰਦਰੋਂ ਖਤਮ ਕੀਤਾ, ਉਹ ਸੱਚਾ ਜਿਹੜਾ ਸੀ ਸਾਰੇ ਦੁੱਖ ਕੱਟਣ ਵਾਲਾ, ਉਹ ਅੰਦਰ ਹੀ ਆ ਕੇ ਸਮਾ ਗਿਆ, ਕਹਿ ਲਈ ਕਿ ਮਿਲ ਗਿਆ। ਅਣਖ ਯਤਨ ਕਰ ਕਾਲ ਸੰਤਾਏ, ਇੱਕ ਨਾਮ ਤੋਂ ਬਿਨਾਂ ਹੋਰ ਬੜੇ ਯਤਨ ਕੀਤੇ। ਔਰ ਗੁਰੂ ਸਾਹਿਬ ਨੇ ਭਾਵੇਂ ਬੇਨਤੀ ਬਚਨ ਕਹੇ ਨੇ, ਕੇਵਲ ਅੱਖਰੀ ਅਰਥ ਕਰਨੇ ਨੇ। ਅਣਖ ਯਤਨ ਕਰ ਕਾਲ ਸੰਤਾਏ, ਯਤਨ ਬੜੇ ਕੀਤੇ ਜੀ। ਦੇਖੋ ਧਰਮ ਦੇ ਨਾਂ 'ਤੇ ਸਾਰੇ ਯਤਨ ਹੀ ਨੇ ਨਾ, ਅਖੰਡ ਪਾਠ ਕਰਵਾਉਣੇ, ਭਾਵੇਂ ਗੁਰੂ ਸਾਹਿਬ ਜੀ ਨੇ ਕਰਵਾਉਣ ਦੇ ਲਈ ਸ਼ਬਦ ਕਿਤੇ ਨਹੀਂ ਵਰਤਿਆ। ਇਹ ਪਾਵਨ ਬਚਨ 'ਤੇ ਆਪਾਂ ਪੜ੍ਹਦੇ ਹਾਂ ਕਿ ਭਾਈ ਗਾਵੋ, ਸੁਣੋ, ਪੜ੍ਹੋ ਨਿਤ ਭਾਈ। ਖੈਰ ਇਸ ਪਾਸੇ ਅਸੀਂ ਪਏ ਨਹੀਂ, ਕਿਉਂਕਿ ਭਾਵੇਂ ਇਹ ਯਤਨ ਕੀਤੇ ਗਏ, ਅਖੰਡ ਪਾਠ ਕਰਵਾਏ, ਪਾਠ ਕਰਵਾਏ, ਲੰਗਰ ਲਵਾਏ, ਬੜੇ ਯਤਨ ਕੀਤੇ, ਪਰ ਕਾਲ ਸੰਤਾਏ, ਕਾਲ ਫਿਰ ਵੀ ਸਤਾਉਂਦਾ ਹੈ। ਕਿਉਂਕਿ ਯਤਨ ਬਾਹਰੋਂ ਬਾਹਰੋਂ ਕੀਤੇ, ਗੁਰੂ ਦਾ ਸਤਿਕਾਰ ਜਿਹੜਾ ਕਰਨਾ ਸੀ, ਆਦਰ, ਗੁਰ ਬਚਨੀ ਆਦਰ, ਉਹ ਬਚਨ ਤੇ ਮੰਨੇ ਹੀ ਨਹੀਂ। ਅਣਖ ਯਤਨ ਕਰ ਕਾਲ ਸੰਤਾਏ, ਪਰ ਕਾਲ ਫਿਰ ਵੀ ਸਤਾਉਂਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਇਹ ਗੱਲ ਤੇ ਸਮਝ ਹੀ ਨਹੀਂ ਪਈ ਕਿ ਜਿਹੜੇ ਕਾਲ ਤੋਂ, ਜਿਹੜੀ ਮੌਤ ਤੋਂ ਭਾਵੇਂ ਤੂੰ ਡਰਨਾ ਹੈ, ਭਾਵੇਂ ਜਿੰਨਾ ਮਰਜ਼ੀ ਡਰੀ ਜਾ, ਭਾਵੇਂ ਬਿਲਕੁਲ ਡਰ ਕੱਢ ਦੇ। ਮਰਨ ਲਿਖਾਏ ਮੰਡਲ ਮਹਿ ਆਏ, ਮੌਤ ਤੇ ਜਦੋਂ ਆਉਣੀ ਹੈ ਆ ਹੀ ਜਾਣੀ ਹੈ। ਇਹ ਤੂੰ ਬਿਆਨਾ ਕਰਕੇ ਆਇਆ, ਲਿਖਾ ਕੇ ਸੰਸਾਰ ਵਿੱਚ ਬਾਅਦ ਵਿੱਚ ਆਇਆ ਹੈ। ਜਨਮ ਪਦਾਰਥ ਦੁਬਦਾ ਖੋਵੈ, ਪਰ ਇਸ ਕਾਲ ਦੇ ਭੈ ਵਸ ਹੋ ਕੇ ਤੋਂ ਡਰ ਡਰ ਕੇ ਏਡਾ ਕੀਮਤੀ ਮਨੁੱਖਾ ਜਨਮ ਪਦਾਰਥ ਦੁਬਦਾ ਖੋਵੈ, ਦੁਬਦਾ ਵਿੱਚ ਪੈ ਕੇ ਗਵਾ ਦਿੱਤਾ। ਆਪ ਨ ਚੇਨਸ ਭ੍ਰਮ ਭ੍ਰਮ ਰੋਵੈ, ਤੂੰ ਆਪਣੇ ਆਪ ਨੂੰ ਚੇਨਸ ਦਾ ਅਰਥ ਹੈ ਕਿ ਪਛਾਣੀ ਹੀ ਨਹੀਂ। ਤੇ ਪਛਾਣਨਾ ਕੀ ਸੀ? ਜਿਹੜਾ ਗੁਰੂ ਸਾਹਿਬ ਜੀ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਤੂੰ ਸਰੀਰ ਥੋੜ੍ਹੀ ਹੈ। ਬਸ ਅਸੀਂ ਸਰੀਰ ਹੀ ਸਮਝਿਆ। ਆਪ ਨ ਚੇਨਸ ਭ੍ਰਮ ਭ੍ਰਮ ਰੋਵੈ, ਭਰਮ ਵਿੱਚ ਪੈ ਕੇ ਦੁੱਖਾਂ ਨੂੰ ਰੋ ਰੋ ਕੇ ਜੀਵਨ ਬਤੀਤ ਕਰਕੇ ਖਾਲੀ ਹੱਥ ਚਲੇ ਗਿਆ। ਕਹਿ ਤੋ ਪੜ੍ਹ ਤੋਂ ਸੁਣ ਤੋਂ ਏਕ, ਪਰ ਜਿਹੜੇ ਹੰਸ ਬਣ ਜਾਂਦੇ ਨੇ, ਜਿਨ੍ਹਾਂ ਵਿੱਚ ਹੰਸਾਂ ਵਾਲੀ ਬਿਰਤੀ ਆ ਜਾਂਦੀ ਹੈ, ਉਹਨਾਂ ਨੂੰ ਭਰੋਸਾ ਹੁੰਦਾ ਕਹਿ ਤੋਂ। ਜੇ ਉਹ ਕੋਈ ਗੱਲ ਕਹਿੰਦੇ ਨੇ ਕੇਵਲ ਇੱਕ ਦੀ, ਪੜ੍ਹ ਤੋਂ। ਜੇ ਪੜ੍ਹਦੇ ਨੇ ਕੇਵਲ ਇੱਕ ਬਾਰੇ, ਸੁਣ ਤੋਂ। ਜੇ ਕੋਈ ਸੁਣਦੇ ਨੇ ਸੱਚੀ ਸਿਫਤ ਸਲਾਹ ਵਾਲੀ ਬਾਣੀ, ਕੇਵਲ ਇੱਕ ਦੀ। ਧੀਰਜ ਧਰਮ ਧਰਣੀ ਤਰ ਟੇਕ, ਕਿਉਂਕਿ ਉਹਨਾਂ ਨੂੰ ਭਰੋਸਾ ਹੈ ਨਾ। ਧਰਣੀ ਧਰ ਦਾ ਅਰਥ ਹੁੰਦਾ ਧਰਤੀ ਦੇ ਮਾਲਕ ਰੱਬ ਜੀ, ਤੁਸੀਂ ਸਾਰਿਆਂ ਨੂੰ ਧੀਰਜ ਦੇਣ ਵਾਲੇ ਕੇਵਲ ਇੱਕ ਹੋ। ਤੂੰ ਉਸ ਇੱਕ 'ਤੇ ਜਦੋਂ ਟੇਕ ਰੱਖ ਲਈਏ, ਫਿਰ ਕਹਿੰਦੇ ਜਤ ਸਤ ਸੰਜਮ ਹਿਰਦੈ ਸਮਾਏ, ਜਤ ਵੀ ਸਮਾ ਜਾਂਦਾ ਹੈ ਅੰਦਰ, ਸਤ ਵੀ ਹੁੰਦਾ ਹੈ। ਉਹ ਜਤ ਤੇ ਸਤ ਵਿੱਚ ਸਮਾ ਜਾਂਦੇ ਨੇ। ਚੌਥੇ ਪਦ ਕੋ ਜੇ ਮਨ ਪਤੇ ਆਏ, ਇੱਥੇ ਤੱਕ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਮਨ ਦੇ ਵਿੱਚ ਇਹ ਵੀ ਲਾਲਚ ਆ ਜਾਵੇ, ਚੌਥੇ ਪਦ, ਜਿੱਥੇ ਗੁਰੂ ਸਾਹਿਬ ਜੀ ਕਿਤੇ ਚਾਰ ਪਦਾਰਥ ਕਹਿੰਦੇ ਨੇ, ਉਹ ਚੌਥੀ ਪਦ ਵੀ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਮਨ ਪਤਿਆਏ, ਮਨ ਲਲਚਾ ਜਾਏ, ਗੁਰੂ ਵਾਲਾ ਤੂੰ ਬਣ ਤੇ ਸਹੀ, ਉਹ ਵੀ ਤੈਨੂੰ ਮਿਲੇਗੀ। ਸੱਚੇ ਨਿਰਮਲ ਮੈਂ ਨਾ ਲਾਗੈ, ਕਿਉਂਕਿ ਜਿਹੜੇ ਹੁੰਦੇ ਹੀ ਸੱਚ ਵਿੱਚ ਸਮਾ ਜਾਂਦੇ ਨੇ, ਜਿਹੜੇ ਹੋਣ ਹੀ ਸੱਚ ਹੈ, ਉਹ ਤੇ ਹੁੰਦੇ ਹੀ ਨਿਰਮਲ, ਉਹਨਾਂ ਨੂੰ ਮੈਲ ਲੱਗਦੀ ਨਹੀਂ। ਗੁਰ ਕੈ ਸ਼ਬਦ ਭਰਮ ਪੋ ਭਾਗੈ, ਸ਼ਬਦ ਦੇ ਦੱਦੇ ਨੂੰ ਸਿਆਰੀ ਸ਼ਬਦ ਦੇ ਰਾਹੀਂ।
पर ये सब कुछ गुरु दे शब्द दे राही मिलना भाई। परम पौ भागै अंदर दे परम अंदर दे पौ, दूर भजने गुरु दे शब्द राही ने। सूरत मूरत आदि अनूप, अखीर ते धन गुरु नानक देव सच्चे पातशाह कहते ने भाई परमात्मा सूरत सूरत करके मूर्त करके ਉਹਨੂੰ ਪਛਾਣਿਆ ਨਹੀਂ ਜਾਂਦਾ, ਉਹਨੂੰ ਜਾਣਿਆ ਨਹੀਂ ਜਾਂਦਾ। ਆਦ ਉਹਦਾ ਆਦ ਨਹੀਂ ਜਾਣਿਆ ਜਾ ਸਕਦਾ। ਅਨੂਪ, ਅਨੂਪ ਦਾ ਅਰਥ ਹੁੰਦਾ ਜਿਹਦੀ ਉਪਮਾ ਹੋਰ ਕਿਸੇ ਦੇ ਨਾਲ ਨਾ ਕੀਤੀ ਜਾਏ। ਉਪਮਾ ਤੁਲਨਾ ਕਿ ਰੱਬ ਇਹਦੇ ਵਰਗਾ ਹੈ ਜਾਂ ਇਹਦੇ ਜਿੱਡਾ ਹੈ, ਇਹ ਨਹੀਂ ਕਿਹਾ ਜਾ ਸਕਦਾ। ਬਸ ਅਖੀਰ ਤੇ ਅਰਦਾਸ ਬੇਨਤੀ ਕਰ ਸਿੱਖਾ ਕਿ ਨਾਨਕ ਜਾਚੈ ਸਾਜ ਸਰੂਪ, ਜਾਚੈ ਦਾ ਅਰਥ ਮੰਗਣਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਕੇਵਲ ਤੇਰੇ ਸਰੂਪ ਦੀ ਜਾਚਨਾ ਕਰਦਾ ਹੈ ਕਿ ਜਿਹੜਾ ਸੂਰਤ ਮੂਰਤ ਆਦ ਅਨੂਪ ਜਿੰਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਉਹ ਸਰੂਪ ਮੇਰੇ ਹਿਰਦੇ ਵਿੱਚ ਵਸ ਜੇ। ਸਤਿਗੁਰੂ ਜੀ ਕਿਰਪਾ ਕਰਨ। ਇਹ ਅਰਦਾਸ ਕਿਤੇ ਸਾਨੂੰ ਕਰਨੀ ਆ ਜੇ, ਔਰ ਜੇ ਕਰਨੀ ਆ ਜੇ ਤੇ ਧੰਨ ਗੁਰੂ ਅਰਜਨ ਦੇਵ ਜੀ ਤੋਂ ਤੱਕ ਕਿਰਪਾ ਕਰਦੇ ਨੇ। ਮੇਰੀ ਉਹਨਾਂ ਦੇ ਚਰਨਾਂ ਵਿੱਚ ਵੀ ਨਮਸਕਾਰ ਹੈ। ਹੋਈਆਂ ਭੁੱਲਾਂ ਦੀ ਖਿਮਾ। आओ एक दो मिनट होर रसना दे नाल हाजिरी लवाइए, फिर समाप्ति है जी। वाहेगुरु वाहेगुरु वाहेगुरु